नमस्कार दोस्तों, YouTube ਦੇ ਇਸ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ SST ਦੇ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਨਾਨ ਅਲਾਈਨਡ ਮੂਵਮੈਂਟ ਬਾਰੇ ਅਤੇ ਪੰਚਸ਼ੀਲ। ਨਾਨ ਅਲਾਈਨਡ ਮੂਵਮੈਂਟ ਅਤੇ ਪੰਚਸ਼ੀਲ ਬਾਰੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨਾਨ ਅਲਾਈਨਡ ਮੂਵਮੈਂਟ ਅਤੇ ਪੰਚਸ਼ੀਲ ਦੇ ਨਾਲ ਸੰਬੰਧਿਤ ਜਿੰਨੇ ਵੀ MCQs ਬਣਦੇ ਨੇ, ਆਬਜੈਕਟਿਵ ਟਾਈਪ ਕੁਐਸਚਨ ਬਣਦੇ ਨੇ, ਉਹਨਾਂ ਦੇ ਤੁਸੀਂ ਆਨਸਰ ਆਸਾਨੀ ਨਾਲ ਦੇ ਸਕਦੇ ਹੋ। ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਦੇ ਉੱਪਰ ਜ਼ਰੂਰ ਕਲਿੱਕ ਕਰੋ, ਜਿਸ ਦੇ ਨਾਲ ਤੁਹਾਨੂੰ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਸਮੇਂ ਸਿਰ ਮਿਲਦਾ ਰਹੇਗਾ। ਤਾਂ ਵੀਡੀਓ ਸ਼ੁਰੂ ਕਰਦੇ ਹਾਂ। ਨਾਨ ਅਲਾਈਨਮੈਂਟ ਮੂਵਮੈਂਟ। ਨਾਨ ਅਲਾਈਨਮੈਂਟ ਮੂਵਮੈਂਟ ਕੀ ਸੀ ਅਤੇ ਇਹ ਕਦੋਂ ਸ਼ੁਰੂ ਹੋਇਆ? ਦੁਨੀਆ ਦੇ ਵਿੱਚ ਸੈਕੰਡ ਵਰਲਡ ਵਾਰ, ਦੂਸਰੇ ਵਿਸ਼ਵ ਯੁੱਧ ਜੋ ਕਿ 1939 ਤੋਂ ਲੈ ਕੇ 1939 ਤੋਂ ਲੈ ਕੇ 1945 ਦੇ ਵਿਚਕਾਰ ਹੋਇਆ ਸੀ। ਉਸ ਤੋਂ ਬਾਅਦ ਸੀਗਾ ਦੇਸ਼ ਦੇ ਵਿੱਚ ਕੰਟਰੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਦੋ ਪੋਲਸ ਦੇ ਵਿੱਚ ਡਿਵਾਈਡ ਕੀਤਾ ਜਾਣ ਲੱਗਾ। ਇੱਕ ਪਾਸੇ ਮੇਜਰ ਪਾਵਰ ਸੀ USSR, ਜਿਸ ਨੂੰ ਅੱਜ ਕੱਲ੍ਹ ਅਸੀਂ ਰਸ਼ੀਆ ਦੇ ਨਾਮ ਦੇ ਨਾਲ ਜਾਣਦੇ ਹਾਂ, ਤੇ ਦੂਸਰੀ ਸਾਈਡ ਸੀ USA। ਤਾਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਿਹੜਾ ਕਲੋਨੀਅਲਿਜ਼ਮ ਸੀਗਾ, ਭੂਮੀਕਰਨ ਸੀਗਾ, ਉਹ ਦੁਨੀਆ ਦੇ ਵਿੱਚ ਸਟਾਰਟ ਹੋ ਗਿਆ ਸੀਗਾ। ਅਤੇ ਜਿਹੜੇ ਦੇਸ਼ ਸੀਗੇ ਉਹਨਾਂ ਦੀ ਮੰਗ ਕੀ ਸੀਗੀ? ਰਸ਼ੀਆ ਔਰ ਅਮਰੀਕਾ ਚਾਹੁੰਦੇ ਸੀਗੇ ਜਿੰਨੇ ਵੀ ਦੇਸ਼ ਨੇ, ਜਿੰਨੇ ਵੀ ਕੰਟਰੀਜ਼ ਨੇ, ਉਹ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੇਸ਼ ਵੱਲ ਹੋ ਜਾਣ, ਚਾਹੇ ਉਹ ਰਸ਼ੀਆ ਵੱਲ ਹੋ ਜਾਣ, ਚਾਹੇ ਉਹ USA ਅਮਰੀਕਾ ਵੱਲ ਹੋ ਜਾਣ। ਪਰ ਉਸ ਸਮੇਂ ਦੇ ਵਿੱਚ ਜਿਹੜੇ ਕੁਝ ਕੰਟਰੀ ਸੀਗੇ, ਡਿਵੈਲਪਿੰਗ ਕੰਟਰੀ ਸੀਗੇ, ਉਹ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਸੀ। ਉਹ ਚਾਹੁੰਦੇ ਸੀਗੇ ਕਿ ਉਹ ਨਾ ਤਾਂ ਕਿਸੇ ਦੇ ਹੱਕ ਦੇ ਵਿੱਚ ਖੜੇ ਹੋਣ ਅਤੇ ਨਾ ਹੀ ਕਿਸੇ ਦੇ ਅਗੇਂਸਟ ਖੜੇ ਹੋਣ। ਤਾਂ ਉਸ ਸਮੇਂ ਦੇ ਵਿੱਚ ਕੀ ਸੀਗਾ? ਇੱਕ ਮੂਵਮੈਂਟ ਸੀਗੀ ਨਾਨ ਅਲਾਈਨਡ ਮੂਵਮੈਂਟ। ਇਹਦੇ ਵਿੱਚ ਕੀ ਸੀਗਾ? ਇਹਦੇ ਵਿੱਚ ਉਹ ਸਾਰੀਆਂ ਕੰਟਰੀ ਸੀਗੀਆਂ ਇਕੱਠੀਆਂ ਹੋਈਆਂ ਜਿਹੜੀਆਂ ਨਾ ਤਾਂ ਕਿਸੇ ਕੰਟਰੀ ਦੇ ਹੱਕ ਦੇ ਵਿੱਚ ਜਾਣਾ ਚਾਹੁੰਦੀਆਂ ਸੀ ਤੇ ਨਾ ਹੀ ਕਿਸੇ ਦੇ ਅਗੇਂਸਟ ਜਾਣਾ ਚਾਹੁੰਦੀਆਂ ਸੀ, ਬਲਕਿ ਜਿਹੜਾ ਆਪਣਾ ਸਿਸਟਮ ਸੀਗਾ, ਆਪਣੇ ਦੇਸ਼ ਦਾ ਸਿਸਟਮ ਸੀ, ਉਹ ਇੰਡੀਵਿਜੂਅਲੀ, ਇੰਡੀਪੈਂਡੈਂਟਲੀ ਵਰਕ ਕਰਨਾ ਚਾਹੁੰਦੀਆਂ ਸੀਗੀਆਂ। ਤਾਂ ਇਹਦਾ ਜਿਹੜਾ ਨਾਨ ਅਲਾਈਨ ਮੂਵਮੈਂਟ ਸੀਗਾ, ਇਸ ਦੀ ਜਿਹੜੀ ਓਰੀਜਨ ਸੀਗਾ, ਸ਼ੁਰੂਆਤ ਹੋਈ ਸੀਗੀ ਉਹ ਏਸ਼ੀਆ ਅਫਰੀਕਾ ਕਾਨਫਰੰਸ ਹੋਈ ਸੀ ਬੰਡੂੰਗ ਦੇ ਵਿੱਚ। ਏਸ਼ੀਆ ਅਫਰੀਕਾ ਕਾਨਫਰੰਸ ਬੰਡੂੰਗ ਦੇ ਵਿੱਚ ਹੋਈ ਸੀ ਇੰਡੋਨੇਸ਼ੀਆ ਦੇ ਵਿੱਚ 1955 ਦੇ ਵਿੱਚ, ਜਿਸ ਦੇ ਵਿੱਚ ਪਹਿਲੀ ਵਾਰੀ ਨਾਨ ਅਲਾਈਨਡ ਮੂਵਮੈਂਟ ਦਾ ਜ਼ਿਕਰ ਕੀਤਾ ਗਿਆ ਸੀਗਾ। ਇਸ ਦੇ ਵਿੱਚ ਉਹ ਸਾਰੇ ਦੇਸ਼ ਇਕੱਠੇ ਹੋਏ ਸੀਗੇ, ਬਹੁਤ ਸਾਰੀਆਂ ਅਲੱਗ-ਅਲੱਗ ਕੰਟਰੀਆਂ ਦੇ, ਡਿਵੈਲਪਿੰਗ ਕੰਟਰੀਆਂ ਦੇ ਜਿਹੜੇ ਲੀਡਰ ਸੀਗੇ ਉਹ ਇਕੱਠੇ ਹੋਏ ਸੀਗੇ ਤੇ ਇੱਕ ਇਸ ਤਰੀਕੇ ਦੀ ਆਰਗੇਨਾਈਜੇਸ਼ਨ ਬਣਾਉਣਾ ਚਾਹੁੰਦੇ ਸੀਗੇ ਜਿਸ ਦੇ ਵਿੱਚ ਇੱਕ ਥਰਡ ਪਾਰਟੀ ਦੇ ਜਿੰਨੇ ਵੀ ਕੰਟਰੀਜ਼ ਨੇ, ਜੋ ਡਿਵੈਲਪਿੰਗ ਕੰਟਰੀਜ਼ ਨੇ, ਜੋ ਇੰਡੀਵਿਜੂਅਲੀ ਕੰਮ ਕਰਨਾ ਚਾਹੁੰਦੇ ਨੇ, ਉਹ ਸਾਰੇ ਇਕੱਠੇ ਹੋ ਸਕਣ। ਤਾਂ ਇਸ ਦਾ ਜੋ ਆਈਡੀਆ ਸੀਗਾ, ਫਸਟ ਟਾਈਮ ਬੰਡੂੰਗ ਇੰਡੋਨੇਸ਼ੀਆ ਦੇ ਵਿੱਚ 1955 ਦੇ ਵਿੱਚ ਲਿਆਂਦਾ ਗਿਆ। ਵਰਲਡ ਵਾਰ 2 ਤੋਂ ਬਾਅਦ ਵਾਰ ਸ਼ੁਰੂ ਹੋ ਗਈ ਸੀ, ਜਿਸ ਦੇ ਵਿਚਕਾਰ ਆਪਣਾ ਦੇਸ਼ ਸੀਗਾ ਦੋ ਪੋਲਸ ਦੇ ਵਿੱਚ ਡਿਵਾਈਡ ਹੋ ਗਿਆ ਸੀ। ਪੂਰਾ ਵਰਲਡ ਸੀਗਾ 2 ਪਾਰਟਸ ਦੇ ਵਿੱਚ ਡਿਵਾਈਡ ਹੋਣਾ ਸ਼ੁਰੂ ਹੋ ਗਿਆ ਸੀ, USA ਐਂਡ USSR। USSR ਨੂੰ ਅਸੀਂ ਰਸ਼ੀਆ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਤਾਂ 1953 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਇਸ ਟਰਮ ਲਿਆਂਦੀ ਨਾਨ ਅਲਾਈਨਡ ਦੇ ਵਿੱਚ ਉਹ ਸਾਰੇ ਦੇਸ਼ ਆਉਂਦੇ ਸੀਗੇ ਜਿਹੜੇ ਕਿਸੇ ਵੀ ਦੇਸ਼ ਦੇ ਨਾਲ ਸੰਬੰਧਿਤ ਨਹੀਂ ਸੀ। ਤਾਂ ਇਸ ਦਾ ਜੋ ਪਹਿਲਾ ਆਈਡੀਆ ਸੀ 1955 ਦੇ ਵਿੱਚ ਦਿੱਤਾ ਗਿਆ। ਤਾਂ ਇਹਨਾਂ ਸਾਰੇ ਦੇਸ਼ ਦੇ ਲਈ ਕੁਝ ਜਿਹੜੇ ਰੂਲ ਸੀਗੇ, ਕੁਝ ਪ੍ਰਿੰਸੀਪਲ ਬਣਾਏ ਗਏ। ਉਹ ਪ੍ਰਿੰਸੀਪਲ ਬਣਾਏ ਗਏ ਸੀ 1954 ਦੇ ਵਿੱਚ, 1954 ਦੇ ਵਿੱਚ। ਅਤੇ ਇਸ ਦਾ ਸਿਧਾਂਤ ਕਿਸ ਨੇ ਦਿੱਤਾ ਸੀ? 1954 ਦੇ ਵਿੱਚ ਜੋ ਪੰਚਸ਼ੀਲ ਦਾ ਸਿਧਾਂਤ ਸੀ, ਉਹ ਸਾਡੇ ਦੇਸ਼ ਦੇ ਪਹਿਲੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ ਦਿੱਤਾ ਗਿਆ ਸੀ। ਪੰਚਸ਼ੀਲ ਦਾ ਜੋ ਸਿਧਾਂਤ ਸੀਗਾ, ਜੋ ਐਗਰੀਮੈਂਟ ਬਣਾਇਆ ਗਿਆ ਸੀ, ਜਿਸ ਦੇ ਵਿੱਚ ਸਿਧਾਂਤ ਲਿਖੇ ਹੋਏ ਸੀ, ਉਹਨਾਂ ਕੰਟਰੀਜ਼ ਲਈ ਟਰਮਸ ਦਿੱਤੀਆਂ ਗਈਆਂ ਸੀ ਜੋ ਇਸ ਮੂਵਮੈਂਟ ਦੇ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਸੀ ਜਾਂ ਇਸ ਦਾ ਇੱਕ ਪਾਰਟ ਬਣਨਾ ਚਾਹੁੰਦੀਆਂ ਸੀ। ਤਾਂ ਉਸ ਦੇ ਲਈ ਕੁਝ ਜਿਹੜੇ ਰੂਲ ਸੀਗੇ, ਕੁਝ ਸਿਧਾਂਤ ਸੀ, ਪ੍ਰਿੰਸੀਪਲ ਬਣਾਏ ਗਏ ਸੀ, ਉਹਨਾਂ ਨੂੰ ਪੰਚਸ਼ੀਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ। ਤੇ ਫਾਈਨਲੀ 1961 ਦੇ ਵਿੱਚ ਜੋ ਨਾਨ ਅਲਾਈਨਡ ਮੂਵਮੈਂਟ ਹੈ ਉਹ ਪਾਵਰ ਦੇ ਵਿੱਚ ਆਈ। 1961 ਦੇ ਵਿੱਚ ਬੈਲਗ੍ਰੇਡ ਯੂਗੋਸਲਾਵੀਆ ਦੇ ਵਿੱਚ 1961 ਦੇ ਵਿੱਚ ਬੈਲਗ੍ਰੇਡ ਯੂਗੋਸਲਾਵੀਆ ਦੇ ਵਿੱਚ ਜੋ ਨੇਮ ਸੀਗੀ ਉਹ ਐਕਚੁਅਲ ਦੇ ਵਿੱਚ ਪਾਵਰ ਦੇ ਵਿੱਚ ਆਈ, ਪੂਰੇ ਵਰਲਡ ਦੇ ਵਿੱਚ ਪਾਵਰ ਦੇ ਵਿੱਚ ਆਈ। ਨਾਨ ਅਲਾਈਨਡ ਮੂਵਮੈਂਟ ਕੀ ਸੀਗੀ? ਇੱਕ ਤਰੀਕੇ ਦੀ ਮੂਵਮੈਂਟ ਸੀ ਜਿਹੜੀ ਐਜ਼ ਏ ਆਰਗੇਨਾਈਜੇਸ਼ਨ ਬ੍ਰਿਜਨੀ ਆਈਲੈਂਡ ਯੂਗੋਸਲਾਵੀਆ ਦੇ ਵਿੱਚ 1956 ਦੇ ਵਿੱਚ ਨਾਮ ਹੋਇਆ ਸੀ ਤੇ ਫਾਰਮਲੀ
ਇੱਕ ਸੰਧੀ ਸੀਗੀ ਜਿਹੜੀ ਸਾਈਨ ਕੀਤੀ ਗਈ ਸੀ 1956 ਦੇ ਵਿੱਚ। ਪਰ ਐਕਚੁਅਲੀ ਇਹ ਪਾਵਰ ਦੇ ਵਿੱਚ ਕਦੋਂ ਆਈ? ਫੁੱਲੀ ਪਾਵਰ ਦੇ ਵਿੱਚ ਆਈ 1961 ਦੇ ਵਿੱਚ ਬੈਲਗ੍ਰੇਡ ਯੂਗੋਸਲਾਵੀਆ ਦੇ ਵਿੱਚ। ਸਭ ਤੋਂ ਪਹਿਲਾ ਸੁਝਾਅ ਕਦੋਂ ਦਿੱਤਾ ਗਿਆ? 1955 ਬੰਡੂਮ ਇੰਡੋਨੇਸ਼ੀਆ ਦੇ ਵਿੱਚ। ਤੇ ਇਸ ਦੀ ਜੋ ਟਰਮ ਸੀਗੀ ਨੌਨ ਅਲਾਈਨਡ ਟਰਮ ਸੀਗੀ 1953 ਦੇ ਵਿੱਚ ਯੂਨਾਈਟਿਡ ਨੇਸ਼ਨ ਦੁਆਰਾ ਦਿੱਤੀ ਗਈ ਸੀ। ਤੇ ਇਸ ਦਾ ਪਹਿਲਾ ਆਈਡੀਆ ਦਿੱਤਾ ਗਿਆ ਸੀ 1955 ਦੇ ਵਿੱਚ ਅਤੇ ਇਸ ਨੂੰ ਜੋ ਐਜ਼ ਏ ਆਰਗੇਨਾਈਜੇਸ਼ਨ ਫਾਊਂਡ ਕੀਤਾ ਗਿਆ ਸੀ ਉਹ 1956 ਦੇ ਵਿੱਚ ਕੀਤਾ ਗਿਆ ਸੀ। ਤੇ ਜੋ ਲਾਸਟ ਦੇ ਵਿੱਚ ਫਾਈਨਲੀ ਪਾਵਰ ਦੇ ਵਿੱਚ ਆਈ ਇਹ ਆਈ ਸੀ 1961 ਦੇ ਵਿੱਚ। ਤਾਂ ਉਸ ਟਾਈਮ ਦੇ ਉੱਪਰ 1961 ਦੇ ਉੱਪਰ ਬੈਲਗ੍ਰੇਡ ਯੂਗੋਸਲਾਵੀਆ ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਨੇਮ। ਤਾਂ ਨੇਮ ਨੂੰ ਜਦੋਂ ਐਸਟੈਬਲਿਸ਼ ਕੀਤਾ ਗਿਆ ਤਾਂ ਉਸ ਸਮੇਂ ਉਸ ਦੇ ਕੁਝ ਫਾਊਂਡਿੰਗ ਫਾਦਰ ਸੀਗੇ ਜੋ ਮੁੱਖ ਨੇਤਾ ਸੀਗੇ ਜਿਨ੍ਹਾਂ ਨੇ ਇਸ ਨੂੰ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਸੀਗੇ ਗਮਾਲ ਅਬਦੁਲ ਨਾਸਿਰ ਇਜਿਪਟ ਦੇ ਸੈਕੰਡ ਪ੍ਰੈਜ਼ੀਡੈਂਟ, ਗਮਾਲ ਅਬਦੁਲ ਨਾਸਿਰ ਇਜਿਪਟ ਦੇ ਸੈਕੰਡ ਪ੍ਰੈਜ਼ੀਡੈਂਟ, ਸ਼੍ਰੀ ਜਵਾਹਰ ਲਾਲ ਨਹਿਰੂ ਆਫ ਇੰਡੀਆ ਦੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਾਈਮ ਮਿਨਿਸਟਰ, ਤੇ ਇੱਕ ਸੀਗੇ ਜੋਸਿਫ ਬਰੋਜ਼ ਟੀਟੋ ਯੂਗੋਸਲਾਵੀਆ ਦੇ, ਤੇ ਦੋ ਮੈਂਬਰ ਹੋਰ ਸੀਗੇ ਨਰਮੁਖ ਆਫ ਗਾਨਾ ਤੇ ਐਮਐਸ ਸੁਕਰਨੋ ਆਫ ਇੰਡੋਨੇਸ਼ੀਆ। ਸੁਕਰਨੋ ਸੀਗੇ ਇੰਡੋਨੇਸ਼ੀਆ ਦੇ। ਤਾਂ ਇਹਨਾਂ ਨੂੰ ਫਾਊਂਡਿੰਗ ਫਾਦਰ ਮੰਨਿਆ ਜਾਂਦਾ ਹੈ। ਨੌਨ ਅਲਾਈਨਡ ਮੂਵਮੈਂਟ ਸੀਗੀ ਜੋ ਇਸ ਦਾ ਫਾਦਰ ਮੰਨਿਆ ਜਾਂਦਾ ਹੈ। ਇਹ ਸੀਗੇ ਨੌਨ ਅਲਾਈਨਡ ਮੂਵਮੈਂਟ ਦੇ ਫਾਊਂਡਿੰਗ ਫਾਦਰ ਅਬਦੁਲ ਨਾਸਿਰ ਇਜਿਪਟ ਤੋਂ, ਨਕਰਮੁਖ ਘਾਨਾ ਤੋਂ, ਜਵਾਹਰ ਲਾਲ ਨਹਿਰੂ ਇੰਡੀਆ ਤੋਂ, ਅਹਿਮਦ ਸੁਕਰਨੋ ਇੰਡੋਨੇਸ਼ੀਆ ਤੋਂ ਤੇ ਜੋਸਿਫ ਬਰੋਜ਼ ਟੀਟੋ ਯੂਗੋਸਲਾਵੀਆ ਤੋਂ। 1961 ਦੇ ਵਿੱਚ ਇਸ ਦੇ ਬਣਨ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਕੁਝ ਸਮਿਟ ਸੀਗੀਆਂ ਹੋਣੀਆਂ ਸਟਾਰਟ ਹੋ ਗਈਆਂ ਸੀ। ਤੇ ਜਿਸ ਦੇ ਵਿੱਚ ਇਹਨਾਂ ਦਾ ਮੁੱਖ ਮੁੱਦਾ ਕੀ ਸੀਗਾ, ਇਹਨਾਂ ਸਮਿਟਸ ਨੂੰ ਸ਼ੁਰੂ ਕਰਨ ਦਾ ਮੁੱਖ ਰੀਜ਼ਨ ਕੀ ਸੀਗਾ? ਤਾਂ ਇਹਨਾਂ ਸਮਿਟਸ ਦੇ ਵਿੱਚ ਸਾਰੇ ਕੰਟਰੀ ਸੀਗੇ ਜਿਹੜੇ ਉਹਨਾਂ ਦੇ ਲੀਡਰ ਇਕੱਠੇ ਹੁੰਦੇ ਤੇ ਆਪਣੀਆਂ ਜੋ ਸਮੱਸਿਆਵਾਂ ਸੀਗੀਆਂ ਇਸ ਦੇ ਨਾਲ ਰਿਲੇਟਡ ਸੀਗੇ, ਸਲਾਹ ਮਸ਼ਵਰੇ ਹੁੰਦੇ ਸੀ, ਇੱਕ ਦੂਸਰੇ ਦੇ ਨਾਲ ਉਹ ਡਿਸਕਸ ਕਰਦੇ ਸੀ। ਤਾਂ 1961 ਦੇ ਵਿੱਚ ਇਸ ਦੀ ਜੋ ਪਹਿਲੀ ਸਮਿਟ ਹੋਈ ਸੀ 1961 ਦੇ ਵਿੱਚ ਯੂਗੋਸਲਾਵੀਆ ਬੈਲਗ੍ਰੇਡ ਦੇ ਵਿੱਚ ਹੋਈ ਸੀ। ਅਤੇ ਇਸ ਦੀ ਸਿਰਫ ਇੱਕ ਸਮਿਟ ਹੈ ਜੋ ਇੰਡੀਆ ਦੇ ਵਿੱਚ ਹੋਈ ਹੈ। ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਨੇਮ ਦੀ ਜੋ 7th ਸਮਿਟ ਹੈ, ਨੇਮ ਦੀ 7ਵੀਂ ਸਮਿਟ ਸੀਗੀ ਉਹ ਇੰਡੀਆ ਦੇ ਵਿੱਚ ਹੋਈ ਸੀ। ਇਹ ਹੋਈ ਸੀ 1983 ਦੇ ਵਿੱਚ। 1983 ਦੇ ਵਿੱਚ NS ਰੈਡੀ ਉਸ ਟਾਈਮ ਦੇ ਵਿੱਚ ਭਾਰਤ ਦੇ ਜੋ ਪ੍ਰੈਜ਼ੀਡੈਂਟ ਸੀਗੇ ਤੇ ਉਹ ਇਸ ਸਮਿਟ ਦੇ ਚੇਅਰਮੈਨ ਵੀ ਰਹੇ ਸੀ। ਨੇਮ ਦੀ 7th ਸਮਿਟ ਹੈ ਜੋ ਇੰਡੀਆ ਦੇ ਵਿੱਚ ਨਿਊ ਦਿੱਲੀ ਦੇ ਵਿੱਚ 1983 ਦੇ ਵਿੱਚ ਹੋਈ। ਤਾਂ ਇਸ ਦੀਆਂ ਜੋ ਸਮਿਟਸ ਨੇ ਇਹਨਾਂ ਦਾ ਕੋਈ ਸਪੈਸ਼ਲ ਪੈਟਰਨ ਨਹੀਂ ਹੈ ਕਿ ਹਰ 2 ਸਾਲ ਬਾਅਦ, ਹਰ 3 ਸਾਲ ਬਾਅਦ ਜਾਂ ਹਰ 4 ਸਾਲ ਬਾਅਦ ਹੁੰਦੀਆਂ ਨੇ। ਕਈ ਵਾਰ ਇਹ 2 ਸਾਲ ਬਾਅਦ ਜਾਂ 4 ਸਾਲ ਬਾਅਦ ਹੁੰਦੀਆਂ ਨੇ। ਰੀਸੈਂਟਲੀ ਜੋ ਇਹਦੀ ਸਮਿਟ ਹੈ 18ਵੀਂ ਸਮਿਟ ਹੈ ਜੋ ਨੌਨ ਅਲਾਈਨਡ ਮੂਵਮੈਂਟ ਦੀ 18ਵੀਂ ਸਮਿਟ ਹੈ ਉਹ ਅਜ਼ਰਬੈਜਾਨ ਦੇ ਬਾਕੂ ਦੇ ਵਿੱਚ ਹੋਈ ਹੈ। 25-26 ਅਕਤੂਬਰ ਨੂੰ ਅਜ਼ਰਬੈਜਾਨ ਦੇ ਬਾਕੂ ਦੇ ਵਿੱਚ ਨੇਮ ਦੀ 18ਵੀਂ ਸਮਿਟ ਹੋਈ ਹੈ। ਤੇ ਜਿਸ ਦੇ ਵਿੱਚ ਭਾਰਤ ਦੇ ਜੋ ਪ੍ਰਾਈਮ ਮਿਨਿਸਟਰ ਨੇ ਉਹ ਨਹੀਂ ਗਏ ਸੀ। ਉਹਨਾਂ ਦੀ ਜਗ੍ਹਾ ਦੇ ਉੱਪਰ ਭਾਰਤ ਦੇ ਜੋ ਵਾਈਸ ਪ੍ਰੈਜ਼ੀਡੈਂਟ ਨੇ ਵੈਂਕੇ ਨਾਇਡੂ ਉਹ ਇਸ ਸਮਿਟ ਦੇ ਵਿੱਚ ਗਏ ਸੀਗੇ। 18ਵੀਂ ਸਮਿਟ ਹੋਈ ਹੈ ਅਜ਼ਰਬੈਜਾਨ ਬਾਕੂ ਦੇ ਵਿੱਚ 25-26 ਅਕਤੂਬਰ ਨੂੰ 2019 ਦੇ ਵਿੱਚ। ਪ੍ਰੈਜ਼ੈਂਟ ਟਾਈਮ ਦੇ ਉੱਪਰ ਜੋ ਨੇਮ ਹੈ ਨੌਨ ਅਲਾਈਨਮੈਂਟ ਮੂਵਮੈਂਟ ਹੈ ਇਸ ਦੇ ਵਿੱਚ ਟੋਟਲ 120 ਕੰਟਰੀਜ਼ ਨੇ। ਪ੍ਰੈਜ਼ੈਂਟ ਟਾਈਮ ਦੇ ਵਿੱਚ 120 ਕੰਟਰੀਜ਼ ਨੇ ਤੇ 17 ਆਬਜ਼ਰਵਰ ਕੰਟਰੀਜ਼ ਨੇ। 7 ਆਬਜ਼ਰਵਰ ਕੰਟਰੀਜ਼ ਨੇ ਤੇ ਇਸ ਦੇ ਵਿੱਚ ਜੋ ਚਾਈਨਾ ਹੈ ਉਹ ਇੱਕ ਐਜ਼ ਏ ਆਬਜ਼ਰਵਰ ਕੰਟਰੀ ਹੈ। ਇਸ ਦਾ ਪਰਮਾਨੈਂਟ ਮੈਂਬਰ ਨਹੀਂ ਹੈ ਚਾਈਨਾ ਇਸ ਦਾ ਇੱਕ ਕੀ ਹੈ ਆਬਜ਼ਰਵਰ ਕੰਟਰੀ ਹੈ। ਤੇ ਪ੍ਰੈਜ਼ੈਂਟ ਟਾਈਮ ਦੇ ਉੱਪਰ ਜੋ ਇਸ ਦੇ ਜਨਰਲ ਸੈਕਟਰੀਏਟ ਨੇ ਉਹ ਨੇ ਨਿਕੋਲਸ ਮੁਦਰੋ ਜੋ ਕਿ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੇ। ਨੇਮ ਦੇ ਜੋ ਪ੍ਰੈਜ਼ੈਂਟ ਟਾਈਮ ਦੇ ਉੱਪਰ ਸੈਕਟਰੀ ਜਨਰਲ ਨੇ ਉਹ ਨੇ ਨਿਕੋਲਸ ਮੁਦਰੋ ਜੋ ਕਿ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰਚਸ਼ੀਲ ਦੀ। ਪੰਚਸ਼ੀਲ ਕੀ ਸੀ? ਪੰਚਸ਼ੀਲ ਦਾ ਸਿਧਾਂਤ ਹੈ ਜੋ ਸਾਡੇ ਦੇਸ਼ ਦੇ ਫਸਟ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਦਿੱਤਾ ਗਿਆ ਸੀ। ਇਸ ਦੇ ਵਿੱਚ ਕੁਝ ਸਿਧਾਂਤ ਸੀ
ਕੁਝ ਰੂਲ ਦਿੱਤੇ ਗਏ ਸੀਗੇ ਜੋ ਕਿ ਬਾਕੀ ਜਿੰਨੀਆਂ ਵੀ ਕੰਟਰੀ ਸੀਗੀਆਂ ਜੋ ਇਸ ਨੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੀਆਂ ਸੀ ਉਹਨਾਂ ਪ੍ਰਿੰਸੀਪਲ ਨੂੰ ਉਹਨਾਂ ਨੂੰ ਫੋਲੋ ਕਰਨਾ ਸੀਗਾ ਤਾਂ ਜੋ ਨੇਮ ਨੂੰ ਸਕਸੈਸਫੁਲੀ ਬਣਾਇਆ ਜਾ ਸਕੇ। ਤਾਂ ਪੰਚਸ਼ੀਲ ਕੀ ਸੀਗਾ? ਇੰਡੀਆ ਡਿਜ਼ਾਇਰਡ ਪੀਸਫੁਲ ਐਂਡ ਫਰੈਂਡਲੀ ਰਿਲੇਸ਼ਨ ਵਿਦ ਆਲ ਕੰਟਰੀਜ਼। ਇੰਡੀਆ ਚਾਹੁੰਦੀ ਸੀਗੀ ਕਿ ਇੰਡੀਆ ਦੇ ਜੋ ਰਿਲੇਸ਼ਨ ਨੇ ਬਾਕੀ ਦੇਸ਼ਾਂ ਦੇ ਨਾਲ ਉਹ ਵਧੀਆ ਤਰੀਕੇ ਨਾਲ ਰਹਿਣ, ਫਰੈਂਡਲੀ ਰਹਿਣ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਜਦੋਂ ਚਾਈਨਾ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ 28 ਅਪ੍ਰੈਲ 1954 ਨੂੰ 28 ਅਪ੍ਰੈਲ 1954 ਨੂੰ, ਜਿਸ ਦੇ ਵਿੱਚ 5 ਸਿਧਾਂਤ ਸੀਗੇ ਜੋ ਲਿਖੇ ਗਏ ਸੀਗੇ ਇਸ ਰਿਲੇਸ਼ਨ ਦੇ ਨਾਲ। ਉਹ ਕੀ ਸੀਗੇ? ਸਭ ਤੋਂ ਪਹਿਲਾਂ ਮਿਊਚੁਅਲ ਰਿਸਪੈਕਟ ਫॉर ਈਚ ਅਦਰਸ ਟੈਰੀਟਰੀ ਇੰਟੈਗ੍ਰਿਟੀ ਐਂਡ ਸਵਰਨਿਟੀ। ਤਾਂ ਜੋ ਰਿਸਪੈਕਟ ਹੈ ਹਰ ਇੱਕ ਦੀ, ਇੱਕ ਦੂਸਰੇ ਦੀ ਟੈਰੀਟਰੀ ਦੀ, ਇੰਟੈਗ੍ਰਿਟੀ ਦੀ ਐਂਡ ਸਵਰਨਿਟੀ ਦੀ, ਉਹ ਜ਼ਰੂਰੀ ਹੈ। ਨॉन ਐਗਰੈਸ਼ਨ, ਕਿਸੇ ਵੀ ਤਰੀਕੇ ਦਾ ਐਗਰੈਸ਼ਨ ਨਹੀਂ ਹੋਏਗਾ। 3rd ਨੰਬਰ ਤੇ ਹੈ ਜੋ ਇੱਕ ਦੂਸਰੇ ਦੇ ਇੰਟਰਨਲ ਅਫੇਅਰਸ ਨੇ, ਕਿਸੇ ਵੀ ਦੇਸ਼ ਦੇ ਡੋਮੈਸਟਿਕ ਅਫੇਅਰ ਨੇ, ਉਹਨਾਂ ਦੇ ਅੰਦਰੂਨੀ ਸਿਵਲ ਵਾਰ ਹੈ ਜਾਂ ਲੜਾਈਆਂ ਝਗੜੇ ਨੇ, ਉਸ ਦੇ ਵਿੱਚ ਕੋਈ ਦੂਸਰਾ ਦੇਸ਼ ਇੰਟਰਫੇਰੈਂਸ ਨਹੀਂ ਕਰੇਗਾ। ਮਿਊਚੁਅਲ ਬੈਨੀਫਿਟ, ਇਕੁਐਲਿਟੀ ਐਂਡ ਮਿਊਚੁਅਲ ਬੈਨੀਫਿਟ। ਤੇ ਲਾਸਟ ਸੀਗਾ ਪੀਸਫੁਲ ਕੋ ਐਗਜ਼ਿਸਟੈਂਸ। ਤੇ ਇਹ ਜੋ ਪੰਚਸ਼ੀਲ ਸੀਗਾ ਇਹ ਕਿਸ ਦੇ ਵਿਚਕਾਰ ਸਾਈਨ ਹੋਇਆ ਸੀ? ਚਾਈਨਾ ਦੇ ਚੌ ਐਨ ਲਾਈ ਐਂਡ ਜਵਾਹਰ ਲਾਲ ਨਹਿਰੂ ਨੇ ਇੱਕ ਸੰਧੀ ਸੀਗੀ ਜਿਹੜੀ ਸਾਈਨ ਕੀਤੀ ਸੀ, ਜਿਸ ਦੇ ਵਿੱਚ ਇਹ 5 ਸੀਗੇ ਸਿਧਾਂਤ ਸੀਗੇ ਲਿਖੇ ਗਏ ਸੀ ਜਿਨ੍ਹਾਂ ਨੂੰ ਪੰਚਸ਼ੀਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਕਿਹਦੇ ਵਿਚਕਾਰ ਹੋਈ ਸੀ? ਪੰਡਿਤ ਜਵਾਹਰ ਲਾਲ ਨਹਿਰੂ ਤੇ ਚੌ ਐਨ ਲਾਈ ਦੇ ਵਿਚਕਾਰ। ਕਦੋਂ ਹੋਈ ਸੀ? 28 ਅਪ੍ਰੈਲ 1954 ਨੂੰ। ਤਾਂ ਇਹ ਸੀਗਾ ਕਨਸੈਪਟ ਨॉन ਅਲਾਈਨਡ ਮੂਵਮੈਂਟ ਦਾ। ਨॉन ਅਲਾਈਨਡ ਮੂਵਮੈਂਟ ਪਾਵਰ ਦੇ ਵਿੱਚ ਕਦੋਂ ਆਈ? 1961 ਦੇ ਵਿੱਚ ਬੈਲਗ੍ਰੇਡ, ਯੂਗੋਸਲਾਵੀਆ ਦੇ ਵਿੱਚ। ਰੀਸੈਂਟ ਟਾਈਮ ਦੇ ਉੱਪਰ ਰੀਸੈਂਟਲੀ ਜੋ ਨੇਮ ਦੀ ਲਾਸਟ ਸਬਮਿਟ ਹੋਈ ਹੈ ਉਹ ਕਿੰਨਵੀਂ ਸਬਮਿਟ ਸੀ? 18 ਸਬਮਿਟ, 18ਵੀਂ ਸਬਮਿਟ ਹੈ। ਅਤੇ ਇਹ ਕਿੱਥੇ ਹੋਈ ਸੀ? ਇਹ ਹੋਈ ਸੀ ਅਜ਼ਰਬੈਜਾਨ, ਬਾਕੂ ਦੇ ਵਿੱਚ। ਪ੍ਰੈਜ਼ੈਂਟ ਟਾਈਮ ਦੇ ਉੱਪਰ ਨੇਮ ਦੇ ਜੋ ਸੈਕਟਰੀਏਟ ਜਨਰਲ ਨੇ ਉਹ ਕੌਣ ਨੇ? ਉਹ ਨੇ ਨਿਕੇਲ ਸਮੁਦਰੋ ਜੋ ਕਿ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੇ। ਔਰ ਇਸ ਦੇ ਨਾਲ ਰਿਲੇਟਡ ਕੁਐਸਚਨ ਕਿ ਪ੍ਰੈਜ਼ੈਂਟ ਟਾਈਮ ਦੇ ਉੱਪਰ ਨੇਮ ਦੇ ਵਿੱਚ ਕਿੰਨੇ ਕੰਟਰੀਜ਼ ਨੇ ਜੋ ਇਸ ਦੇ ਮੈਂਬਰ ਨੇ? ਤਾਂ ਇਸ ਦੇ ਪ੍ਰੈਜ਼ੈਂਟ ਟਾਈਮ ਦੇ ਉੱਪਰ ਮੈਂਬਰ ਨੇ 120 ਕੰਟਰੀਜ਼ ਅਤੇ 17 ਨੇ ਜਿਹੜੇ ਇਸ ਦੇ ਆਬਜ਼ਰਵਰ ਕੰਟਰੀਜ਼ ਨੇ। ਔਰ ਜੋ ਚਾਈਨਾ ਹੈ ਉਹ ਇੱਕ ਐਜ਼ ਏ ਆਬਜ਼ਰਵਰ ਕੰਟਰੀ ਹੈ ਜੋ ਇਸ ਦਾ ਪਰਮਾਨੈਂਟ ਮੈਂਬਰ ਨਹੀਂ ਹੈ। ਤਾਂ ਇਹ ਸੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਪੜ੍ਹਿਆ ਨॉन ਅਲਾਈਨਡ ਮੂਵਮੈਂਟ ਅਤੇ ਪੰਚਸ਼ੀਲ ਦੇ ਬਾਰੇ। ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।